आओ आप सवाल ਜਿਹੜੇ ਨੇ ਸ਼ੁਰੂ ਕਰਦੇ ਹਾਂ। ਜਿਵੇਂ ਪਹਿਲੇ ਬੇਨਤੀ ਕੀਤੀ ਹੈ ਵੀ ਇਸ ਹਫਤੇ ਜੋ ਆਪਨੇ ਸਵਾਲ ਭੇਜੇ ਨੇ तो पैनल ने उन्हें ते विचार की है। सवाल ਜਿਹੜੇ ਨੇ बड़े डिफरेंट ਵੱਖ-ਵੱਖ ਵਿਸ਼ਿਆਂ ਦੇ ਨੇ, ਇਹ ਚੰਗੀ ਗੱਲ ਹੈ ਜੀ। तो सब तो पहला एक ਅਸੀਂ सवाल ਲੈ ਰਹੇ ਹਾਂ। ਆਪ ਜੀ ਨੂੰ ਯਾਦ ਹੋਣਾ ਹੈ ਕਿ ਪਿੱਛੇ ਸਵਾਲ ਆਇਆ ਸੀ ਇੱਕ ਤੁਕਾ ਕੀ, ਜਿਹਦਾ ਸਾਹਿਬ ਪ੍ਰਭਕੀਰਤਨ ਸਿੰਘ ਜੀ ਨੇ ਬਾਖੂਬੀ ਵਿੱਚੋਂ ਦੂਸਰਾ ਸਵਾਲ ਜੋ ਸੰਗਤ ਚੋਂ ਆਇਆ ਉਹ ਸੀਗਾ ਕਿ ਦੋ ਤੁਕੇ ਤੇ ਤਿੰਨ ਤੁਕੇ ਕੀ ਹੁੰਦੇ ਨੇ। ਭੈਣ ਤੇਜਿੰਦਰ ਕੌਰ ਜੀ ਨੇ ਪੁੱਛਿਆ ਸੀਗਾ ਕਿ ਦੋ ਤੁਕੇ ਤੇ ਤਿੰਨ ਤੁਕੇ ਕੀ ਹੁੰਦੇ ਨੇ। ਤਾਂ ਅਸੀਂ ਸਾਹਿਬ ਪ੍ਰਭਕੀਰਤਨ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਕਿਰਪਾ ਕਰੋ ਇਹਦੇ ਬਾਰੇ ਵੀ ਦੱਸੋ ਕਿ ਤਿੰਨ ਤੁਕੇ ਕੀ ਨੇ ਤੇ ਦੋ ਤੁਕੇ ਕੀ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਕੀ ਜੀ। ਫਤਿਹ ਜੀ। ਸਵਾਲ ਪੁੱਛਿਆ ਗਿਆ ਹੈ ਜੀ ਕਿ ਦੋ ਤੁਕੇ ਤੇ ਤਿੰਨ ਤੁਕੇ ਕੀ ਹਨ, ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤੇ ਗਏ ਹਨ। ਉਹਨਾਂ ਦੇ ਬਾਰੇ ਆਪਣਾ ਥੋੜੀ ਜਿਹੀ ਵਿਚਾਰ ਉਹਨਾਂ ਨੇ ਮੰਗੀ ਹੈ। ਹਾਲਾਂਕਿ ਮੈਂ ਇਸ ਚੀਜ਼ ਦਾ ਐਕਸਪਰਟ ਨਹੀਂ ਹਾਂ, ਜਿੰਨਾ ਕੁ ਮੈਂ ਇਹਦੇ ਬਾਰੇ ਸਮਝ ਸਕਿਆ ਹਾਂ ਉਹ ਮੈਂ ਆਪ ਜੀ ਦੇ ਨਾਲ ਸਾਂਝਾ ਕਰਦਾ ਹਾਂ ਜੀ। ਦੋ ਤੁਕੇ ਤੇ ਤਿੰਨ ਤੁਕੇ ਤੇ ਤੁਕੇ ਜਿਹੜੇ ਹਨ, ਇਹ ਜਿਹੜਾ ਅਸੀਂ ਪਹਿਲੀ ਨਜ਼ਰੇ ਦੇਖੀਏ ਤੇ ਇਹਦਾ ਅਰਥ ਹੀ ਬਣਦਾ ਹੈ ਕਿ ਉਹ ਪਦੇ, ਯਾਨੀ ਕਿ ਉਹ ਸ਼ਬਦ ਜਿਨ੍ਹਾਂ ਦੇ ਵਿੱਚ ਹਰ ਪਦੇ ਦੇ ਵਿੱਚ ਦੋ ਤੁਕਾਂ ਹੋਣ ਤੇ ਤਿੰਨ ਤੁਕਾਂ ਹੋਣ। ਤੋ ਇਸ ਚੀਜ਼ ਨੂੰ ਜਦੋਂ ਅਸੀਂ ਅੱਗੇ ਥੋੜਾ ਜਿਹਾ ਵਿਚਾਰ ਕਰਦੇ ਹਾਂ ਤਾਂ ਇਹਦੇ ਵਿੱਚੋਂ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ। ਤੋ ਆਓ ਉਹਨਾਂ ਬਾਰੇ ਥੋੜਾ ਥੋੜਾ ਆਪਾਂ ਅੰਦਾਜ਼ਾ ਕਰ ਲਈਏ। ਤੋ ਦੋ ਤੁਕੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਵਿਚਾਰ ਕਰਾਂਗੇ ਕਿ ਉਹ ਦੋ ਤੁਕੇ ਹਨ ਜਿਹਦੇ ਵਿੱਚ ਦੋ ਪੰਕਤੀਆਂ ਹੋਣ ਜੀ। ਭਾਵ ਇਹ ਹੈ ਕਿ ਜਿਹਨੂੰ ਅਸੀਂ ਪਿਛਲੀ ਵਾਰੀ ਅਗਰ ਤੁਸੀਂ ਥੋੜਾ ਜਿਹਾ ਯਾਦ ਕਰੋ ਕਿ ਇੱਕ ਤੁਕੇ ਦੇ ਵਿੱਚ ਕਈ ਤਾਂ ਇਹ ਸਨ ਵੀ ਇੱਕ ਤੁਕ, ਇੱਕ ਪੂਰਾ ਜੋ ਪਦਾ ਹੋਇਆ ਹੈ ਉਹਦੇ ਵਿੱਚ ਇੱਕ ਤੁਕ ਹੀ ਹੁੰਦੀ ਸੀ, ਅਖੀਰ ਉੱਤੇ ਇੱਕੋ ਵਾਰੀ ਵਿਸਰਾਮ ਚਿੰਨ੍ਹ ਹੁੰਦਾ ਸੀ। ਪਰ ਕਈ ਵਾਰੀ ਇਹਦੇ ਦੋ ਹਿੱਸੇ ਵੀ ਹੁੰਦੇ ਸਨ ਤੇ ਦੋਵਾਂ ਦੇ ਨਾਲ ਵਿਸਰਾਮ ਚਿੰਨ੍ਹ ਵੀ ਲੰਗਾ ਹੁੰਦਾ ਸੀ। ਤਾਂ ਇੱਕ ਵਿਸਰਾਮ ਚਿੰਨ੍ਹ ਵਾਲੇ ਹਿੱਸੇ ਨੂੰ, ਜੋ ਪਹਿਲੇ ਵਿਸਰਾਮ ਚਿੰਨ੍ਹ ਤੋਂ ਸ਼ੁਰੂ ਹੋ ਕੇ ਦੂਸਰੇ ਵਿਸਰਾਮ ਚਿੰਨ੍ਹ ਤੱਕ ਜਿਹੜਾ ਹੁੰਦਾ ਹੈ, ਉਹਨੂੰ ਅਸੀਂ ਪੰਕਤੀ ਦਾ ਨਾਮ ਦਿੱਤਾ ਸੀ। ਤਾਂ ਕੁਝ ਦੋ ਤੁਕੇ ਹਨ ਜੋ ਦੋ ਪੰਕਤੀਆਂ ਵਾਲੇ ਹਨ। ਆਓ ਸਭ ਤੋਂ ਪਹਿਲਾਂ ਉਹਨਾਂ ਦੀ ਵਿਚਾਰ ਕਰ ਲਈਏ ਜੀ। ਇਹ ਪੰਨਾ 476 ਦੇ ਉੱਤੇ ਰਾਗ ਆਸਾ ਬਾਣੀ ਭਗਤਾਂ ਕੀ, ਕਬੀਰ ਜੀਓ, ਨਾਮਦੇਵ ਜੀਓ, ਰਵਿਦਾਸ ਜੀਓ, ਤੇ ਸਭ ਤੋਂ ਪਹਿਲਾਂ ਸਿਰਲੇਖ ਦੱਸ ਰਿਹਾ ਹੈ ਕਿ ਆਸਾ ਸ੍ਰੀ ਕਬੀਰ ਜੀਓ ਕੇ। ਇਹਦੇ ਵਿੱਚ ਹਾਲਾਂਕਿ ਉੱਪਰ ਨਹੀਂ ਲਿਖਿਆ, ਇਹ ਮੈਂ ਅੱਗੇ ਚੱਲ ਕੇ ਆਪ ਜੀ ਨੂੰ ਦਿਖਾਵਾਂਗਾ ਜੀ ਕਿ ਅਖੀਰਲੇ ਸ਼ਬਦ ਦੇ ਅੰਤ ਉੱਤੇ ਦੋ ਤੁਕੇ ਲਫ਼ਜ਼ ਲਿਖਿਆ ਗਿਆ ਹੈ। ਇਸੇ ਚੀਜ਼ ਨੂੰ ਹੀ ਧਿਆਨ ਰੱਖ ਕੇ ਇਹ ਚੁਣਿਆ ਗਿਆ ਹੈ। ਪਹਿਲਾ ਤੇ ਅਖੀਰਲਾ ਸ਼ਬਦ ਆਪ ਜੀ ਦੇ ਸਾਹਮਣੇ ਮੈਂ ਡਿਸਪਲੇ ਕਰਾਂਗਾ। ਜਿਵੇਂ ਆਪ ਦੇਖ ਰਹੇ ਹੋ ਕਿ ਪਹਿਲਾ ਪਦਾ ਜਿੱਥੇ ਲਿਖਿਆ ਹੈ, ਇੱਕ ਦਾ ਅੰਕ ਆਇਆ ਹੈ ਇਸ ਜਗ੍ਹਾ ਦੇ ਉੱਤੇ, ਉੱਥੇ ਤੱਕ ਦੋ ਪੰਕਤੀਆਂ ਆਈਆਂ ਹਨ। ਭਾਵ ਦੋ ਵਾਰੀ ਵਿਸਰਾਮ ਚਿੰਨ੍ਹ ਆਇਆ ਹੈ ਤੇ ਇੱਕ ਪੰਕਤੀ ਜਿਹੜੀ ਹੈ ਪੂਰੀ ਦੀ ਪੂਰੀ ਇਹਨੂੰ ਤੁਕ ਦਾ ਦਰਜਾ ਹਾਸਲ ਹੈ। ਤੋ ਤੁਕ ਬਾਰੇ ਵੀ ਆਪਾਂ ਪਿਛਲੀ ਵਾਰੀ ਵਿਚਾਰ ਕੀਤੀ ਸੀ ਕਿ ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਵਿੱਚ ਡਿਫਾਈਨ ਕੀਤਾ ਕਿ ਜਦੋਂ ਕਿਸੇ ਛੰਤ ਦਾ ਇੱਕ ਚਰਨ ਖਤਮ ਹੋ ਜਾਂਦਾ ਹੈ, ਇੱਕ ਚਰਨ ਨੂੰ ਤੁਕ ਕਿਹਾ ਜਾਂਦਾ ਹੈ। ਅੱਗੋਂ ਇਹਦੇ ਕਈ ਹਿੱਸੇ ਵੀ ਅਸੀਂ ਦੇਖਿਆ ਸੀ, ਹੋ ਸਕਦੇ ਹਨ ਜਿਵੇਂ ਕਿ ਇੱਕ ਤੁਕੇ ਦੇ ਵਿੱਚ ਅਸੀਂ ਦੇਖਿਆ ਸੀ ਦੋ ਹਿੱਸੇ ਆਪਾਂ ਕਈ ਥਾਂ ਦੇ ਉੱਤੇ ਦੇਖੇ ਸਨ। ਪਰ ਇੱਥੇ ਇਹ ਪੂਰੀ ਜਿਹੜੀ ਹੈ ਇੱਕ ਤੁਕ ਜਿਹੜੀ ਹੈ ਉਹ ਇਕੱਠੀ ਲਿਖੀ ਹੋਈ ਹੈ। ਗੁਰ ਚਰਨ ਲਾਗ ਹਮ ਬਿਨਵਤਾ, ਪੁੱਛਤ ਕਹਿ ਜਿਉ ਪਾਇਆ, ਕਵਨ ਕਾਜ ਜਗ ਉਪਜੈ ਬਿਨਸੈ, ਕਹੋ ਮੋਏ ਸਮਝਾਇਆ। ਤੋ ਇਹ ਜਿਹੜੇ ਹਨ ਦੋ ਪੰਕਤੀਆਂ ਵਾਲੇ ਦੋ ਤੁਕੇ ਹਨ। ਇਸੇ ਹੀ ਸੀਰੀਜ਼ ਦਾ ਜਿਹੜਾ ਇਹ ਜਿਵੇਂ ਕਿ ਇੱਥੇ ਸ਼ੋਅ ਹੋ ਰਿਹਾ ਕਿ ਪਹਿਲਾ ਸ਼ਬਦ ਹੈ, ਅਖੀਰਲਾ ਸ਼ਬਦ ਜਿਹੜਾ ਹੈ ਨੌਵਾਂ ਸ਼ਬਦ, ਉਹ ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ। ਇਹ ਸ਼ਬਦ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ, ਰਾਗੀ ਸਾਨੂੰ ਰੇ ਬੋਰੇ ਤੋਂ ਇੱਕ ਘਰੀ ਨਾ ਰੱਖਿਆ ਕੋਈ, ਤੂੰ ਰਾਮ ਨਾਮ ਜਪ ਸੋਈ। ਬਹੁਤ ਵਾਰੀ ਅਸੀਂ ਸ਼ਬਦ ਸੁਣਦੇ ਹਾਂ। ਇਹ ਜਿਹੜੇ 9 ਸ਼ਬਦਾਂ ਦੀ ਸੀਰੀਜ਼ ਹੈ, ਇਹਦੇ ਉੱਪਰ ਦੋ ਤੁਕੇ ਲਫ਼ਜ਼ ਨਹੀਂ ਆਇਆ, ਲੇਕਿਨ ਅੰਤ ਦੇ ਉੱਤੇ ਸਤਿਗੁਰੂ ਜੀ ਨੇ ਜੋ ਦਰਜ ਕੀਤਾ ਹੈ ਕਿ ਇਹ 9 ਸ਼ਬਦ ਜਿਹੜੇ ਹਨ ਇਹ ਦੋ ਤੁਕੇ ਹਨ ਤੇ ਇਹਨਾਂ ਦੇ ਵਿੱਚ ਦੋ ਪੰਕਤੀਆਂ, ਭਾਵ ਇੱਕ ਪੰਕਤੀ ਪੂਰੀ ਤੁਕ ਦੀ ਹੈ, ਪੂਰੀ ਤੁਕ ਇੱਕੋ ਵਾਰੀ ਇਕੱਠੀ ਲਿਖੀ ਗਈ ਹੈ।
ਤੋ ਇਹ ਪਹਿਲਾ ਸਾਨੂੰ ਨਮੂਨਾ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਿਲਦਾ ਹੈ। ਔਰ ਇਹ ਨਮੂਨਾ ਜਿਹੜਾ ਹੈ ਇੱਕ ਥਾਂ ਤੇ ਨਹੀਂ ਹੈ, ਆਮ ਹੈ। ਇਸੇ ਤਰ੍ਹਾਂ ਹੀ ਆਂਦਾ ਹੈ ਜੀ, ਆਸਾ ਸ੍ਰੀ ਕਬੀਰ ਜੀਓ ਕੇ ਪੰਜ ਪਦੇ 9 ਤੇ 2 ਤੁਕੇ 5। ਤੋ ਇਹ ਜਿਹੜੇ ਹਨ ਪੰਜ ਪਦੇ ਹਨ ਤੇ ਇਹਨਾਂ ਵਿੱਚੋਂ 5 ਜਿਹੜੇ ਹਨ ਉਹ 2 ਤੁਕੇ ਹਨ। ਜਿਹੜੇ ਪੰਜ ਪਦੇ 9 ਹਨ ਉਹਨਾਂ ਵਿੱਚੋਂ ਪਹਿਲੇ 5 ਜਿਹੜੇ ਹਨ ਉਹ 2 ਤੁਕੇ ਹਨ ਤੇ ਬਾਕੀ ਜਿਹੜੇ ਹਨ ਉਹ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ। ਤੋ ਇਹਦੇ ਵਿੱਚ ਵੀ ਇਹ ਸ਼ਬਦ ਵੀ ਅਸੀਂ ਆਮ ਸੁਣਦੇ ਰਹਿੰਦੇ ਹਾਂ, ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਤੇ ਰਹਾਉ ਦਾ ਬੰਦ ਹੈ, ਭੁੱਲੀ ਮਾਲਣੀ ਹੈ ਏਓ, ਸਤਿਗੁਰ ਜਾਗਤਾ ਹੈ ਦਿਓ। ਇੱਥੇ ਵੀ ਹਰ ਪਦੇ ਦੇ ਵਿੱਚ 2 ਤੁਕਾਂ, ਮਤਲਬ 2 ਪੰਕਤੀਆਂ ਦੇ ਰੂਪ ਵਿੱਚ 2 ਤੁਕਾਂ ਹਨ। ਤੋ ਇੱਥੇ ਵੀ ਉਹੀ ਪੈਟਰਨ ਫੋਲੋ ਹੋ ਰਿਹਾ ਹੈ ਜੀ। ਤੇ ਇੱਥੇ ਉੱਪਰ ਸਿਰਲੇਖ ਦੇ ਵਿੱਚ ਹੀ 2 ਤੁਕੇ ਤੇ ਉਹਨਾਂ ਦੀ ਗਿਣਤੀ ਵੀ ਦੱਸੀ ਗਈ ਹੈ। ਇਸ ਤੋਂ ਅੱਗੇ ਜਿਹੜਾ ਹੈ ਪੰਨਾ 482 ਦੇ ਉੱਤੇ ਪਹਿਲੇ 5 ਜਿਹੜੇ 2 ਤੁਕੇ ਖਤਮ ਹੋ ਗਏ ਤੇ ਉਸ ਤੋਂ ਅੱਗੇ ਹੈਡਿੰਗ ਆ ਗਿਆ ਆਸਾ 1 ਤੁਕੇ 4। ਭਾਵ ਹੁਣ ਇਸ ਤੋਂ ਅੱਗੇ ਕੁੱਲ 9 ਸਨ, ਉਹਨਾਂ ਨੇ ਦੱਸਿਆ ਸੀ 5 ਪਦੇ। ਉਹਨਾਂ ਵਿੱਚੋਂ ਪਹਿਲੇ 5 ਤਾਂ 2 ਤੁਕੇ ਸਨ ਤੇ ਅਖੀਰਲੇ ਜਿਹੜੇ 4 ਸਨ ਇੱਥੇ ਸਤਿਗੁਰੂ ਜੀ ਨੇ ਹੈਡਿੰਗ ਦੇ ਕੇ ਕਲੀਅਰ ਕਰ ਦਿੱਤਾ ਕਿ ਇਹ 1 ਤੁਕੇ ਹਨ। ਤੋ ਇਸ ਤਰ੍ਹਾਂ ਅਸੀਂ ਇੱਥੇ ਦੂਜਾ ਯੂਜ਼ ਇਹਦਾ ਦੇਖ ਸਕਦੇ ਹਾਂ ਕਿ ਜਦੋਂ ਇੱਕੋ ਹੀ ਹੈਡਿੰਗ ਦੇ ਵਿੱਚ 2 ਕਿਸਮ ਦੇ ਪਦੇ ਹੋਣ, 2 ਤੁਕੇ ਤੇ 1 ਤੁਕੇ, ਤਾਂ ਉਦੋਂ ਵੀ ਇਹਨਾਂ ਨੂੰ ਡਿਸਟਿੰਗੁਇਸ਼ ਕਰਨ ਲਈ, ਕਿਉਂਕਿ ਹੈਡਿੰਗ ਕਾਮਨ ਹੈ, ਆਸਾ ਸ੍ਰੀ ਕਬੀਰ ਜੀਓ ਕੇ ਪੰਜ ਪਦੇ, ਉਹ ਕੁੱਲ ਗਿਣਤੀ 9 ਲਿਖੀ ਹੈ ਤੇ ਸਤਿਗੁਰੂ ਜੀ ਨੇ ਇੱਥੇ ਕਰ ਦਿੱਤਾ ਕਿ ਪਹਿਲੇ 5 ਜਿਹੜੇ ਹਨ ਉਹ 2 ਤੁਕੇ ਹਨ ਤੇ ਜਿਹੜੇ ਉਸ ਤੋਂ ਬਾਅਦ ਵਾਲੇ 4 ਹਨ ਉਹ 1 ਤੁਕੇ ਹਨ। ਤੋ ਜਦੋਂ ਇਹੋ ਜਿਹਾ ਮੌਕਾ ਬਣਦਾ ਹੈ ਉਦੋਂ ਵੀ ਸਤਿਗੁਰੂ ਜੀ ਇਹ 2 ਤੁਕੇ, 1 ਤੁਕੇ, 3 ਤੁਕੇ, ਇਹ ਸਾਰੇ ਲਫ਼ਜ਼ ਜਿਹੜੇ ਹਨ ਉਹ ਵਰਤਦੇ ਹਨ। ਹੁਣ ਆਪਾਂ ਇਹਦੇ ਕੁਝ ਹੋਰ ਨਮੂਨੇ ਦੇਖ ਲਈਏ ਜਿੱਥੇ ਦੋਨੋਂ ਕਰਕੇ ਵਰਤੇ ਹੋਏ ਹਨ, ਤਾਂ ਕਿ ਸਾਨੂੰ ਇਹਨਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ, ਕਿਉਂ ਕੀਤੀ ਜਾਂਦੀ ਹੈ, ਉਹ ਥੋੜਾ ਜਿਹਾ ਸਪਸ਼ਟ ਹੋ ਜਾਏ। ਆਸਾ ਸ੍ਰੀ ਕਬੀਰ ਜੀਓ ਕੇ ਤਿਪਦੇ 8, 2 ਤੁਕੇ 1 ਤੇ 1 ਤੁਕਾ 1। 7 ਹਾਂਜੀ, 2 ਤੁਕੇ 7 ਤੇ 1 ਤੁਕਾ 1। ਤੋ ਇਹ ਵੀ ਪੰਨਾ ਆਪ ਜੀ ਦੇ ਸਾਹਮਣੇ ਲਿਖਿਆ ਹੈ, ਇੱਥੇ ਵੀ ਇਹ ਹੈਡਿੰਗ ਹੈ। ਮੈਂ ਹੁਣ ਹੋਰ ਇਹਨਾਂ ਦੇ ਡਿਸਪਲੇ ਹੋਰ ਜ਼ਿਆਦਾ ਨਹੀਂ ਕਰਾਂਗਾ ਕਿਉਂਕਿ ਅਦਰਵਾਈਜ਼ ਸਵਾਲ ਬਹੁਤ ਲੰਬਾ ਹੋ ਜਾਏਗਾ। ਤੋ ਇੱਥੇ ਵੀ ਸਤਿਗੁਰੂ ਜੀ ਨੇ ਇਹ ਦੋਵਾਂ ਦਾ ਜ਼ਿਕਰ ਕੀਤਾ ਹੈ, ਪਰ ਇਹ ਦੋਵੇਂ ਜਿਹੜੇ 7 ਤੇ 1 ਹਨ ਇਹ 8 ਤਿਪਦਿਆਂ ਦਾ ਹੀ ਹਿੱਸਾ ਹਨ। ਇਸੇ ਤਰ੍ਹਾਂ ਹੀ ਜਦੋਂ ਅਸੀਂ ਅੱਗੇ ਜਾਂਦੇ ਹਾਂ ਤਾਂ ਸੋਰਠ ਮਹਿਲਾ ਪਹਿਲਾ ਘਰ ਪਹਿਲਾ ਚੌਪਦੇ, ਇੱਥੇ ਚੌਪਦੇ ਲਫ਼ਜ਼ ਲਿਖਿਆ ਹੈ ਤੇ ਇੱਥੇ ਜਿਹੜੀ ਸੀਰੀਜ਼ ਸ਼ੁਰੂ ਹੋ ਰਹੀ ਹੈ ਸੋਰਠ ਮਹਿਲਾ ਪਹਿਲਾ ਘਰ ਪਹਿਲਾ ਹੈ ਤੇ ਚੌਪਦੇ ਸ਼ੁਰੂ ਹੋ ਰਹੇ ਹਨ। ਤੇ ਜਿਵੇਂ ਕਿ ਅਸੀਂ ਪਹਿਲਾਂ ਦੇਖ ਰਹੇ ਹਾਂ, ਜਿਹੜਾ ਪਹਿਲਾ ਸ਼ਬਦ ਦਾ ਥੋੜਾ ਜਿਹਾ ਹਿੱਸਾ ਮੈਂ ਡਿਸਪਲੇ ਕੀਤਾ ਹੈ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਇੱਥੇ ਇਹ ਜਿਹੜੇ ਚੌਪਦੇ ਹਨ ਸ਼ੁਰੂ ਹੋ ਰਹੇ ਹਨ 3-3 ਤੁਕਾਂ ਵਾਲੇ। ਤੋ ਅੱਗੋਂ ਜਾ ਕੇ ਪੈਟਰਨ ਥੋੜਾ ਜਿਹਾ ਬਦਲਦਾ ਹੈ, 595 ਪੰਨਾ ਤੋਂ ਸ਼ੁਰੂ ਹੋ ਕੇ 596 ਤੇ ਆ ਕੇ ਥੋੜਾ ਪੈਟਰਨ ਬਦਲ ਰਿਹਾ ਹੈ ਕਿ ਸੋਰਠ ਮਹਿਲਾ ਪਹਿਲਾ ਇੱਥੇ ਆ ਕੇ 2 ਤੁਕੇ ਸ਼ੁਰੂ ਹੋ ਗਏ। ਪੁੜ ਧਰਤੀ ਪੁੜ ਪਾਣੀ ਆਸਨ 4 ਕੁੰਟ 412। ਤੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪਹਿਲਾ ਪਦਾ ਜਿਹੜਾ ਹੈ ਉਹ 2 ਤੁਕਾਂ ਦਾ ਹੈ। ਤੋ ਇੱਥੇ ਜਦੋਂ ਪੈਟਰਨ ਚੇਂਜ ਹੋਇਆ ਤਾਂ ਸਤਿਗੁਰੂ ਜੀ ਨੇ 2 ਤੁਕੇ ਕਿਹਾ। ਇਹ ਹੋ ਸਕਦਾ ਹੈ ਕਿ ਜੇ ਪਹਿਲਾਂ ਹੀ ਸਾਰੇ 2 ਤੁਕੇ ਹੀ ਹੁੰਦੇ ਤਾਂ ਫਿਰ ਇਹ ਸ਼ਾਇਦ ਇੱਥੇ 2 ਤੁਕੇ ਲਫ਼ਜ਼ ਸ਼ਾਇਦ ਉਹ ਨਾ ਹੀ ਵਰਤਦੇ, ਸਿਰਫ ਇੰਨਾ ਹੀ ਲਿਖ ਦਿੰਦੇ ਕਿ ਸੋਰਠ ਮਹਿਲਾ ਪਹਿਲਾ ਘਰ ਪਹਿਲਾ। ਪਰ ਜਦੋਂ ਇੱਕ ਵੱਡੀ ਹੈਡਿੰਗ ਦੇ ਵਿੱਚ ਕਈ ਟਾਈਪ ਦੇ ਆ ਰਹੇ ਹੁੰਦੇ ਹਨ ਤੇ ਉਦੋਂ ਇਹਨਾਂ ਸ਼ਬਦਾਂ ਦੀ ਵਰਤੋਂ ਸਤਿਗੁਰੂ ਜੀ ਕਰਦੇ ਹਨ। ਇਹ ਅੱਗੇ ਕੁਝ ਹੋਰ ਐਗਜ਼ਾਮਪਲਸ ਹਨ, ਥੋੜਾ ਜਿਹਾ ਹੋਰ ਸਪਸ਼ਟ ਹੋ ਜਾਏਗਾ। ਸੋਰਠ ਮਹਿਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸੇਵਕ ਸੇਵ ਕਰੈ ਸਭ ਤੇਰੀ ਜਿਨ ਸ਼ਬਦੈ ਸਾਧ ਆਇਆ, ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ, ਅਨ ਦਿਨ ਗੁਣ ਗਾਵੈ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ। ਤੋ ਇਹ 3 ਪੰਕਤੀਆਂ 3 ਤੁਕਾਂ ਦੇ ਬਾਅਦ ਇਹ ਇੱਕ ਪਦਾ ਜਿਹੜਾ ਹੈ ਉਹ ਪੂਰਾ ਹੋ ਗਿਆ। ਹੁਣ ਇਸੇ ਹੀ ਸੀਰੀਜ਼ ਦੇ ਵਿੱਚ ਜਿਹਦਾ ਉੱਪਰਲਾ ਹੈਡਿੰਗ ਮੇਨ ਹੈ ਸੋਰਠ ਮਹਿਲਾ ਤੀਜਾ ਘਰ ਪਹਿਲਾ, ਇੱਥੇ ਉੱਪਰ 3 ਤੁਕੇ ਨਹੀਂ ਲਿਖਿਆ ਪਰ ਅੱਗੇ ਜਾ ਕੇ 4 ਪੰਕਤੀਆਂ ਵਾਲੇ 4 ਤੁਕਾਂ ਵਾਲੇ ਆ ਗਏ ਤੇ ਉੱਥੇ ਸਤਿਗੁਰੂ ਜੀ ਨੇ ਹੈਡਿੰਗ ਦੇ ਵਿੱਚ ਲਾ ਦਿੱਤਾ ਸੋਰਠ ਮਹਿਲਾ ਤੀਜਾ 4 ਤੁਕੇ। ਤੇ ਇਸੇ ਤਰ੍ਹਾਂ ਹੀ ਜਦੋਂ ਹੋਰ ਅੱਗੇ ਚੱਲੇ ਪੰਨਾ 602 ਉੱਤੇ ਹੀ ਸੋਰਠ ਮਹਿਲਾ ਤੀਜਾ 2 ਤੁਕੇ ਹੋ ਗਿਆ ਜੀ।
तो कहਣ ਤੋਂ ਭਾਵ ਇਹ ਹੈ ਕਿ ਜਿਹੜੀ ਜਿੱਥੇ ਵੀ ਇਹ ਕਿਸਮ ਬਦਲਦੀ ਹੈ ਤੇ ਉੱਥੇ ਸਤਿਗੁਰੂ ਜੀ ਇਹ ਇੰਡੀਕੇਸ਼ਨ ਦੇ ਦਿੰਦੇ ਹਨ ਤਾਂ ਕਿ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਇਸ ਚੀਜ਼ ਬਾਰੇ ਕਿੰਨੇ ਸਜਗ ਸਨ, ਕਿੰਨੇ ਸਪਸ਼ਟ ਸਨ ਔਰ ਕਿੰਨੇ ਐਕੂਰੇਟ ਸਨ, ਕਿੰਨੇ ਸਾਇੰਟੀਫਿਕ ਵੇ ਦੇ ਵਿੱਚ ਉਹਨਾਂ ਨੇ ਬਾਣੀ ਨੂੰ ਐਡਿਟ ਕੀਤਾ ਹੈ ਕਿ ਹਰ ਜਗ੍ਹਾ ਦੇ ਉੱਤੇ ਪਦਿਆਂ ਦੀ ਗਿਣਤੀ ਵੀ ਸਪਸ਼ਟ ਕੀਤੀ ਹੈ, ਜਿੱਥੇ ਬਦਲਦਾ ਹੈ ਉੱਥੇ ਵੀ ਨਾਲ ਦੱਸ ਰਹੇ ਹਨ ਤਾਂ ਕਿ ਇਹਦੇ 'ਚ ਕੋਈ ਰਲਾ ਨਾ ਹੋ ਸਕੇ। ਇੱਕ ਤੁਕ ਦਾ ਰਲਾ ਵੀ ਇੱਥੇ ਮੁਮਕਿਨ ਨਹੀਂ ਹੈ ਜੀ। ਅਗਲਾ ਇੱਕ ਜੋ 600 ਪੰਨਾ 604 7 ਦਾ ਜਿਹੜਾ ਹੈ ਉਹ ਮੈਂ ਹਿੱਸਾ ਲਿਆ ਹੈ ਡਿਸਪਲੇ ਕਰਨ ਦੇ ਵਿੱਚ। ਸੋਰਠ ਮਹਿਲਾ ਚੌਥਾ, ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾ। ਇੱਥੇ ਵੀ ਪਹਿਲਾ ਪਦਾ ਜਿਹੜਾ ਹੈ ਉਹ 3 ਪੰਕਤੀਆਂ ਦਾ, 3 ਤੁਕਾਂ ਦਾ ਹੈ। ਅੱਗੇ ਚੱਲ ਕੇ 607 ਨੰਬਰ ਪੰਨੇ ਦੇ ਉੱਤੇ ਸੋਰਠ ਮਹਿਲਾ ਚੌਥਾ 2 ਤੁਕੇ ਸ਼ੁਰੂ ਹੋ ਗਏ ਜੀ। ਆਪ ਜੀ ਦੇ ਸਾਹਮਣੇ ਉਹਦਾ ਪਹਿਲਾ ਪਦਾ ਡਿਸਪਲੇ ਹੈ ਕਿ ਅਨੇਕ ਜਨਮ ਵਿਛੜੇ ਦੁੱਖ ਪਾਇਆ, ਮਨਮੁਖ ਕਰਮ ਕਰੇ ਅਹੰਕਾਰੀ। ਤੋ ਇਹ ਪਦਾ ਜਿਹੜਾ ਹੈ 2 ਤੁਕਾਂ ਦਾ ਹੈ। ਤੇ ਅੱਗੇ ਜਾ ਕੇ ਦੇਖੀਏ ਕਿਉਂਕਿ ਪਹਿਲੇ ਜਿਹੜੇ ਹਨ ਇਸ ਤੋਂ ਪਹਿਲਾਂ ਚੌਪਦੇ ਚੱਲ ਰਹੇ ਹਨ, ਅਖੀਰ ਤੇ ਆ ਕੇ ਹੈ ਤਾਂ ਉਹ 2 ਤੁਕਾਂ ਵਾਲੇ ਹੀ ਹਨ, 2 ਤੁਕੇ ਦੇ ਅੰਡਰ ਹੀ ਹਨ, ਪਰ ਪਦਾ ਜਿਹੜਾ ਹੈ ਉਹਦਾ ਕਿਸਮ ਬਦਲ ਗਿਆ ਕਿਉਂਕਿ ਪਹਿਲੇ ਚੌਪਦੇ ਸਨ ਤੇ ਅਖੀਰ ਤੇ ਇੱਕ ਪੰਚਪਦਾ ਉਹਨਾਂ ਨੇ ਲਿਖਿਆ ਹੈ, ਸੋਰਠ ਮਹਿਲਾ ਚੌਥਾ ਪੰਚਪਦਾ, ਜਿਸ ਤੋਂ ਸਪਸ਼ਟ ਹੈ ਕਿ 2 ਤੁਕਾਂ ਵਾਲੇ ਹੀ ਸ਼ਬਦ ਹਨ। ਇਹਨਾਂ ਵਿੱਚੋਂ ਇੱਕ ਸ਼ਬਦ ਪੰਚਪਦਾ ਲਫ਼ਜ਼ ਦੱਸ ਰਿਹਾ ਕਿ ਇੱਕੋ ਹੀ ਸ਼ਬਦ ਐਸਾ ਹੈ ਜਿਹੜਾ ਕਿ ਪੰਚਪਦਾ ਹੈ, ਜਿਹਦੇ 5 ਪਦੇ ਹਨ। ਤੋ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿੰਨੀ ਐਕੂਰੇਸੀ ਦੇ ਨਾਲ ਹੈ। ਹੁਣ ਤੱਕ ਆਪਾਂ 2 ਤੁਕੇ ਦੇਖੇ ਸਨ ਜਿਨ੍ਹਾਂ ਦੇ ਵਿੱਚ 2-2 ਪੰਕਤੀਆਂ ਸਨ, ਪਰ ਜਿਵੇਂ ਇੱਕ ਤੁਕੇ ਦੇ ਵਿੱਚ ਵੀ ਅਸੀਂ ਦੇਖਿਆ ਹੈ ਕਿ ਇੱਕ ਤੁਕੇ ਦੇ ਵਿੱਚ ਵੀ ਇੱਕ ਤੁਕ ਵਾਲੇ ਪਦੇ ਤਾਂ ਹਨ ਹੀ, ਬਹੁਤ ਸਾਰੀਆਂ ਥਾਵਾਂ ਤੇ ਸਾਡੀ ਨਜ਼ਰ ਦੇ ਵਿੱਚ ਆਉਂਦੇ ਹਨ, ਪਰ 2-2 ਪੰਕਤੀਆਂ ਵਾਲੇ ਜਿਹੜੇ ਹਨ ਉਹਨਾਂ ਦੇ ਉੱਤੇ ਵੀ ਹੈਡਿੰਗ ਪਿੱਛੇ ਇੱਕ ਤੁਕਾ ਦਿੱਤਾ ਹੋਇਆ ਸੀ। ਇਹੀ ਖੇਡ ਜੋ ਹੈ ਉਹ 2 ਤੁਕੇ ਦੇ ਵਿੱਚ ਵੀ ਵਾਪਰਦੀ ਹੈ। ਤਾਂ ਮੈਂ ਕੁਝ ਥੋੜੇ ਜਿਹੇ ਨਮੂਨੇ ਉਸਦੇ ਵੀ ਰੱਖੇ ਹਨ ਆਪ ਜੀ ਦੇ ਸਾਹਮਣੇ। ਆਸਾ ਮਹਿਲਾ ਪੰਜਵਾਂ 2 ਤੁਕੇ 9, ਗਿਣਤੀ ਵੀ ਦਿੱਤੀ ਹੈ ਜੀ ਇੱਥੇ। ਉਨਕੇ ਸੰਗ ਤੂੰ ਕਰਤੀ ਕੇਲ, ਉਨਕੇ ਸੰਗ ਹਮ ਤੁਮ ਸੰਗ ਮੇਲ। ਉਨਕੇ ਸੰਗ ਤੁਮ ਸਭ ਕੋ ਲੋਰੈ, ਉਸ ਬਿਨਾ ਕੋ ਮੁਖ ਨਹੀਂ ਜੋਰੈ। ਤੇ ਇਹ ਇੱਥੇ ਆ ਕੇ ਇੱਕ ਪਦਾ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਇਹ ਪੂਰੇ ਸ਼ਬਦ ਦੇ ਵਿੱਚ ਹੀ ਇਹੀ ਪੈਟਰਨ ਚੱਲ ਰਿਹਾ ਹੈ। ਇੱਥੇ ਵੀ ਉਹੀ ਪੈਟਰਨ ਹੈ ਕਿ ਜਿੱਥੇ ਇੱਕ ਪਦੇ ਦੇ ਵਿੱਚ 2 ਹਿੱਸੇ ਹੁੰਦੇ ਹਨ, ਭਾਵ ਜਿੱਥੇ ਵਿਸਰਾਮ ਆਉਂਦਾ ਹੈ, ਉੱਥੇ ਅਗਰ ਤੁਕਾਂਤ ਦੋਵਾਂ ਦਾ ਮਿਲ ਜਾਂਦਾ ਹੈ, ਜਿਵੇਂ ਇੱਥੇ ਮਿਲ ਰਿਹਾ ਹੈ ਕੇਲ ਤੇ ਮੇਲ ਦਾ, ਉੱਥੇ ਜੋ ਵਿਸਰਾਮ ਚਿੰਨ ਲੱਗ ਜਾਂਦਾ ਹੈ, ਜੋ 2 ਡੰਡੀਆਂ ਦਾ ਆਮ ਇੱਕੋ ਹੀ ਸਾਡੇ ਗੁਰਬਾਣੀ ਦੇ ਵਿੱਚ, ਪੂਰੇ ਗੁਰਬਾਣੀ 'ਚ ਇਹੀ ਵਰਤਿਆ ਗਿਆ ਹੈ, ਉਹ ਲੱਗ ਜਾਂਦਾ ਹੈ ਤੇ ਸਾਨੂੰ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਇਹ 2 ਤੁਕਾਂ ਨੇ। ਹਾਲਾਂਕਿ ਇਹਨਾਂ ਨੂੰ ਸਤਿਗੁਰੂ ਜੀ ਨੇ ਇੱਥੇ ਵੀ ਜਿਵੇਂ ਦੇਖੀਏ ਇਹ 4 ਪੰਕਤੀਆਂ ਨੂੰ 2 ਤੁਕੇ ਦਾ ਸ਼ਬਦ ਦਾ ਉਹਨਾਂ ਨੇ ਡਿਸਕ੍ਰਿਪਸ਼ਨ ਦਿੱਤੀ ਹੈ। ਇਹਦਾ ਭਾਵ ਹੈ ਕਿ ਇਹ 2 ਪਹਿਲੀਆਂ ਪੰਕਤੀਆਂ ਉਨਕੇ ਸੰਗ ਤੁਮ ਕਰਤੀ ਕੇਲ, ਉਨਕੇ ਸੰਗ ਹਮ ਤੁਮ ਸੰਗ ਮੇਲ, ਤੋ ਇਹ ਇੱਕ ਤੁਕ ਹੀ ਬਣਦੀ ਹੈ ਤੇ ਇਹਦਾ ਪ੍ਰਯੋਗ ਸਿਰਫ ਇੱਕ ਤੁਕਿਆਂ ਦੇ ਵਿੱਚ ਹੀ ਨਹੀਂ ਹੋਇਆ, ਇਹ 2 ਤੁਕੇ ਦੇ ਵਿੱਚ ਵੀ ਹੋਇਆ ਹੈ। ਔਰ ਇੱਥੇ 9 ਦੇ 9 ਸ਼ਬਦ ਜਿਹੜੇ ਹਨ ਉਹ ਪੰਨਾ 390 ਤੇ ਉਹ ਇਸੇ ਕਿਸਮ ਦੇ ਹਨ। ਤੇ ਜੇ ਹੋਰ ਅੱਗੇ ਚੱਲੀਏ ਤਾਂ ਆਸਾ ਮਹਿਲਾ ਪੰਜਵਾਂ ਦਾ ਇਹ ਸ਼ਬਦ ਆਪ ਜੀ ਦੇ ਸਾਹਮਣੇ ਹੈ। ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ, ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ ਕੋ ਦੁੱਖੇ। ਇਹ ਵੀ 2 ਤੁਕਿਆਂ ਦੇ ਵਿੱਚ ਹੀ ਆਉਂਦਾ ਹੈ ਤੇ ਇੱਥੇ ਵੀ 2-2 ਪੰਕਤੀਆਂ ਜਿਹਨੂੰ ਆਪਾਂ ਕਹਿ ਰਹੇ ਹਾਂ, ਭਾਵ ਕਿ ਇਹਨਾਂ ਦੇ ਵਿਚਕਾਰ ਵੀ ਇੱਕ ਵਿਸਰਾਮ ਲੱਗਾ ਹੈ। ਇਹ ਪੂਰਾ ਇੱਕ ਤੁਕ ਹੈ। ਕਹਿਣ ਦਾ ਭਾਵ ਹੈ ਕਿ ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ, ਇੱਥੇ ਆ ਕੇ ਤੁਕ ਦੀ ਸਮਾਪਤੀ ਹੁੰਦੀ ਹੈ। ਤੋ ਸੇਮ ਪੈਟਰਨ ਜਿਹੜਾ ਆਪਾਂ ਆਬਜ਼ਰਵ ਕੀਤਾ ਸੀ ਇੱਕ ਤੁਕੇ ਦੇ ਵਿੱਚ, ਉਹ ਇੱਥੇ ਵੀ ਫੋਲੋ ਕੀਤਾ ਜਾ ਰਿਹਾ ਹੈ ਜੀ। ਤੇ ਇੱਕ ਹੋਰ ਜਿਹੜਾ ਸਾਡੇ ਸਾਹਮਣੇ ਹੈਡਿੰਗ ਆਂਦਾ ਹੈ ਇਸੇ ਸੰਬੰਧ ਵਿੱਚ ਹੀ, ਉਹ ਹੈ 2 ਤੁਕੀਆ। ਇਹ 2 ਵਾਰ ਮੇਰੀ ਨਜ਼ਰ ਵਿੱਚ ਆਇਆ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤਿਆ ਹੋਇਆ। ਇਹ ਆਪਾਂ ਦੇਖੀਏ ਜੀ, ਇਹ ਅਸ਼ਟਪਦੀ ਹੈ। ਬਸੰਤ ਮਹਿਲਾ ਪਹਿਲਾ ਅਸ਼ਟਪਦੀਆਂ, ਘਰ ਪਹਿਲਾ 2 ਤੁਕੀਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਗ ਕਊਆ ਨਾਮ ਨਹੀਂ ਚੀਤ, ਨਾਮ ਵਿਸਾਰ ਗਿਰੈ ਦੇਖ ਭੀਤ।
ਮਨੁਆ ਡੋਲੇ ਚੀਤ ਅਨੀਤ ਜਗ ਸਿਓ ਟੂਟੀ ਝੂਠ ਪ੍ਰੀਤ। ਤੋ ਇੱਥੇ ਵੀ ਸੇਮ ਪੈਟਰਨ ਹੈ, ਲੇਕਿਨ ਇੱਥੇ ਜਿਹੜਾ ਉੱਪਰ ਹੈਡਿੰਗ ਹੈ ਉਹ 2 ਤੁਕੇ ਦੀ ਥਾਂ ਤੇ 2 ਤੁਕੀਆ ਦੇ ਦਿੱਤਾ ਗਿਆ ਹੈ। ਤੇ ਇੱਥੇ ਵੀ ਇਹ ਅਸ਼ਟਪਦੀ ਹੋਣ ਕਰਕੇ ਕਾਫੀ ਲੰਬਾ ਸ਼ਬਦ ਹੈ, ਪਰ ਪੂਰੇ ਸ਼ਬਦ ਦੇ ਵਿੱਚ ਇਹੀ ਪੈਟਰਨ ਜਿਹੜਾ ਹੈਗਾ ਉਹ ਫੋਲੋ ਕੀਤਾ ਗਿਆ ਜੀ। ਇਸੇ ਤਰ੍ਹਾਂ ਹੀ ਜਦੋਂ ਅੱਗੇ ਚੱਲੀਏ ਪੰਨਾ 1192 ਤੇ ਬਸੰਤ ਮਹਿਲਾ ਪੰਜਵਾਂ, ਘਰ ਪਹਿਲਾ 2 ਤੁਕੀਆ। ਇਸ ਤੋਂ ਪਹਿਲਾਂ ਜਿਹੜਾ ਸੀ ਉਹ ਬਸੰਤ ਮਹਿਲਾ ਪਹਿਲਾ ਸੀ। ਤੋ ਹੁਣ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਇਹ ਮਹਿਲਾ ਪੰਜਵਾਂ ਦਾ ਸ਼ਬਦ ਹੈ। ਬਸੰਤ ਮਹਿਲਾ ਪੰਜਵਾਂ, ਘਰ ਪਹਿਲਾ 2 ਤੁਕੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਧਰਿਆ ਕੈ ਏਕ ਬਾਰ। ਬਾਲਮੀਕੈ ਹੋਆ ਸਾਧ ਸੰਗ, ਧਰੂਕੋ ਮਿਲਿਆ ਹਰ ਨਿਸੰਗ। ਇਹਦੇ ਵਿੱਚ ਵੀ ਸੇਮ ਪੈਟਰਨ ਹੈ। ਜਿਹੜੇ ਅਸੀਂ 4 ਪੰਕਤੀਆਂ ਵਾਲੇ 2 ਤੁਕਿਆਂ ਦੀ ਗੱਲ ਕੀਤੀ ਸੀ, ਸੇਮ ਪੈਟਰਨ ਜਿਹੜਾ ਹੈਗਾ ਉਹ ਇੱਥੇ ਫੋਲੋ ਹੋ ਰਿਹਾ ਹੈ। ਤੋ ਅੱਜ ਦੀ ਜਿਹੜੀ ਵਿਚਾਰ ਹੈ, ਅਗਰ ਅਸੀਂ ਇਹਨੂੰ ਨਾਲ ਮਿਲਾ ਕੇ 1 ਤੁਕਿਆਂ ਦੀ ਜਿਹੜੀ ਵਿਚਾਰ ਆਪਾਂ ਪਿਛਲੇ ਹਫਤੇ ਕੀਤੀ ਸੀ ਉਹਦੇ ਨਾਲ ਮਿਲਾ ਕੇ ਆਪਾਂ ਇਹਨੂੰ ਦੇਖੀਏ ਤੇ ਸਾਨੂੰ ਇਹਦੇ ਵਿੱਚ ਜੋ ਚੀਜ਼ਾਂ ਸਮਝ ਆਈਆਂ ਹਨ ਮੈਂ ਉਹ ਥੋੜੀਆਂ ਜਿਹੀ ਆਪ ਜੀ ਦੇ ਸਾਹਮਣੇ ਰੱਖਣੀਆਂ ਚਾਹੁੰਦਾ ਹਾਂ। ਕਿ ਪਹਿਲਾਂ ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਤੁਕ ਜਿਹੜਾ ਹੈ ਕਵਿਤਾ ਦੇ ਛੰਦ ਦਾ ਇੱਕ ਚਰਨ ਹੈ। ਇਹਦਾ ਵਿਸਰਾਮ ਚਿੰਨ੍ਹ ਦਾ ਲੱਗਾ ਹੋਣਾ ਇਹਦਾ ਪੱਕਾ ਲੱਛਣ ਨਹੀਂ। ਭਾਵੇਂ ਆਮ ਹਾਲਤਾਂ ਦੇ ਵਿੱਚ ਤਾਂ ਅਜਿਹਾ ਹੀ ਸਾਨੂੰ ਮਿਲਦਾ ਹੈ, ਪਰ ਕਈ ਕੇਸਿਸ ਇਹੋ ਜਿਹੇ ਜ਼ਰੂਰ ਮਿਲਦੇ ਹਨ ਜਿੱਥੇ ਵਿਸਰਾਮ ਚਿੰਨ੍ਹ ਲੱਗੇ ਹੋਣ ਤੋਂ ਬਾਅਦ ਵੀ ਜਿਹੜੀ ਤੁਕ ਹੈ ਉਹ ਪੂਰੀ ਨਹੀਂ ਹੁੰਦੀ। ਤੇ ਤੁਕ ਜਿਹੜੀ ਹੈ ਉਹ 2 ਪੰਕਤੀਆਂ ਭਾਵ 2 ਵਿਸਰਾਮ ਚਿੰਨ੍ਹਾਂ ਪਿੱਛੋਂ ਪੂਰੀ ਹੁੰਦੀ ਹੈ। ਸੌਰੀ। ਤੋ ਇਹਨਾਂ ਨੂੰ ਸਾਰਿਆਂ ਨੂੰ ਅਗਰ ਅਸੀਂ ਵਿਚਾਰ ਕਰੀਏ ਤਾਂ ਮੈਨੂੰ ਇਹ ਸਮਝ ਆਈ ਹੈ ਜੀ ਕਿ ਜਦੋਂ ਇੱਕ ਲੰਮੀ ਤੁਕ ਦੇ ਵਿੱਚ ਵਿਸਰਾਮ ਆ ਜਾਂਦਾ ਹੈ ਤਾਂ ਇਹ ਦੋਹਾਂ ਹਿੱਸਿਆਂ ਦਾ ਤੁਕਾਂਤ ਨਹੀਂ ਰਲਦਾ, ਤਾਂ ਇਹ ਪੂਰੀ ਦੀ ਪੂਰੀ ਇੱਕੋ ਪੰਕਤੀ ਭਾਵ ਇੱਕੋ ਵਿਸਰਾਮ ਹੇਠ ਆ ਜਾਂਦੀ ਹੈ। ਤਾਂ ਇਹੋ ਜਿਹੇ ਕੇਸਿਸ ਵਿੱਚ ਜਿੱਥੇ ਵਿਸਰਾਮ ਔਰ ਅੰਤ ਵਾਲਾ ਜਿਹੜਾ ਤੁਕਾਂਤ ਨਹੀਂ ਮਿਲਦਾ, ਤਾਂ ਉੱਥੇ ਇਹਦਾ ਅਰਥ ਹੈ ਕਿ ਇੱਕ ਵਿਸਰਾਮ ਦਾ ਅਰਥ ਹੋ ਗਿਆ ਇੱਕ ਤੁਕ, ਜਿਹੜਾ ਕਿ ਅਸੀਂ ਨਾਰਮਲੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੇਖਦੇ ਹਾਂ। ਦੂਜਾ ਹੈ ਕਿ ਜਦੋਂ ਕਿਸੇ ਤੁਕ ਦੇ ਵਿਸਰਾਮ ਵਾਲੀ ਥਾਂ ਤੇ ਵੀ ਤੁਕਾਂਤ ਮਿਲ ਜਾਂਦਾ ਹੈ ਤਾਂ ਇਹ ਵਿਸਰਾਮ ਜਿਹੜਾ ਇੱਕੋ ਇੱਕ ਵਿਸਰਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤਿਆ ਹੋਇਆ ਹੈ 2 ਡੰਡੀਆਂ ਵਾਲਾ, ਉਹੀ ਉੱਥੇ ਲੱਗਾ ਹੋਇਆ ਹੈ। ਪਰ ਇਹ ਲੱਗ ਜਾਣ ਤੋਂ ਬਾਅਦ ਵੀ ਇਹ ਪੂਰੀ ਦਾ ਪੂਰਾ ਇੱਕੋ ਤੁਕ ਹੀ ਰਹਿੰਦੀ ਹੈ। ਇਹਦੇ ਨਾਲ ਇਹ 2 ਤੁਕਾਂ ਵਿੱਚ ਨਹੀਂ ਵੰਡੀ ਜਾਂਦੀ। ਭਾਵੇਂ ਆਮ ਭਾਸ਼ਾ ਵਿੱਚ ਅਸੀਂ ਇਸ ਨੂੰ 2 ਜਾਂ ਇਸ ਤੋਂ ਵੱਧ ਇਹੋ ਜਿਹੇ ਕੇਸਿਸ ਵੀ ਹਨ ਜਿੱਥੇ 2 ਜਾਂ ਵੱਧ ਪੰਕਤੀਆਂ ਵੀ ਅਸੀਂ ਕਹਿ ਦਿੰਦੇ ਹਾਂ, ਤੇ ਕਈ ਵਾਰ ਆਪਣੀ ਅਗਿਆਨਤਾ ਵਸ 2 ਜਾਂ ਵੱਧ ਤੁਕਾਂ ਵੀ ਕਹਿ ਦਿੰਦੇ ਹਨ। ਪਰ ਅਸਲ ਵਿੱਚ ਤੁਕ ਇੱਕ ਹੀ ਹੁੰਦੀ ਹੈ, ਯਾਨੀ ਕਿ 2 ਜਾਂ ਵੱਧ ਵਿਸਰਾਮ ਵੀ ਜਦੋਂ ਲੱਗ ਜਾਂਦੇ ਹਨ ਤਾਂ ਵੀ ਇਹ ਪੂਰੀ ਦੀ ਪੂਰੀ ਜਿਹੜੀ ਹੈ ਜੋ ਪਦਾ ਹੈ ਉਹ ਇੱਕ ਤੁਕ ਦਾ ਹੀ ਗਿਣਿਆ ਜਾਂਦਾ ਹੈ, ਜਾਂ ਜਿੱਥੇ 2 ਤੁਕੇ ਲਿਖੇ ਹਨ ਉੱਥੇ 2 ਤੁਕਾਂ ਦਾ ਹੀ ਗਿਣਿਆ ਜਾਏਗਾ। ਭਾਵ ਇਹ ਹੈ ਕਿ ਇੱਕ ਤੁਕ ਦੇ ਵਿਚਕਾਰ ਵੀ ਵਿਸਰਾਮ ਹੋ ਸਕਦਾ ਹੈ ਔਰ ਉਹ ਕਈ ਵਾਰੀ ਇੱਕ ਜਾਂ ਇੱਕ ਤੋਂ ਵੱਧ ਵੀ ਹੁੰਦਾ ਹੈ। ਤੋ ਜਦੋਂ ਵੀ ਕਿਸੇ ਸ਼ਬਦ ਦੇ ਬਾਰੇ ਇੱਕ ਤੁਕਾ, ਇੱਕ ਤੁਕੇ, ਇੱਕ ਤੁਕੀਆ ਦੱਸਿਆ ਹੁੰਦਾ ਹੈ ਤਾਂ ਇਹਦਾ ਅਰਥ ਇਹੀ ਹੈ ਕਿ ਇਸ ਦੇ ਹਰ ਪਦੇ ਵਿੱਚ ਇੱਕ ਹੀ ਤੁਕ ਹੈ, ਭਾਵੇਂ ਵਿਸਰਾਮ ਇੱਕ ਲੱਗਾ ਹੋਵੇ ਜਾਂ ਵੱਧ ਲੱਗੇ। ਤੋ ਇਸੇ ਤਰ੍ਹਾਂ ਹੀ ਇਹ ਨਿਯਮ ਜਿਵੇਂ ਆਪਾਂ ਦੇਖ ਲਿਆ ਹੈ 2 ਤੁਕੇ ਜਾਂ 2 ਤੁਕੀਆਂ ਦੇ ਉੱਤੇ ਵੀ 2 ਤੁਕੀਆਂ ਉੱਤੇ ਵੀ ਲੱਗਿਆ ਹੈ, ਤੇ ਹਰ ਪਤੇ ਦੇ ਵਿੱਚ 2 ਤੁਕਾਂ ਹੀ ਹੁੰਦੀਆਂ ਹਨ। ਕਈ ਵਾਰ ਜੋ ਵਿਸਰਾਮ ਹੈ ਉਹ ਇੱਕ ਤੋਂ ਵੱਧ ਜਿਹੜੀ ਹੈ ਉਹ ਹੋ ਸਕਦੀ ਹੈ, ਅਤੇ ਇਹ ਸੰਪਾਦਕੀ ਹਦਾਇਤਾਂ ਹਨ, ਭਾਵ ਇਹਨਾਂ ਦਾ ਭਾਵ ਸਹੀ ਪ੍ਰਗਟ ਹੋਵੇ। ਕਹਿਣ ਤੋਂ ਭਾਵ ਇਹ ਹੈ ਕਿ ਇਹ ਹਦਾਇਤ ਹੈ ਸਤਿਗੁਰੂ ਜੀ ਦੀ ਕਿ ਇਹ ਜੋ ਇੱਕ ਤੁਕ ਹੈ ਇਹਦਾ ਉਚਾਰਨ ਇਕੱਠਿਆਂ ਕਰਨਾ ਹੈ, ਭਾਵੇਂ ਅਸੀਂ ਇਹਨੂੰ ਪੜ੍ਹੀਏ ਤੇ ਭਾਵੇਂ ਗਾਵੀਏ, ਤਾਂ ਹੀ ਇਹਦਾ ਜਿਹੜਾ ਭਾਵ ਹੈ ਉਹ ਜਿਹੜਾ ਹੈ ਉਹ ਸਪਸ਼ਟ ਹੋਏਗਾ। ਜੇ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਾਂਗੇ ਤਾਂ ਫਿਰ ਉਹ ਭਾਵ ਦੇ ਵਿੱਚ ਜਿਹੜਾ ਹੈ ਉਹ ਫਰਕ ਪੈ ਜਾਏਗਾ, ਤੇ ਸਾਨੂੰ ਸਮਝਣ ਦੇ ਵਿੱਚ ਦੋਵੇਂ ਹਿੱਸਿਆਂ ਨੂੰ ਅਲੱਗ-ਅਲੱਗ ਕਰਕੇ ਜੇ ਸਮਝਾਂਗੇ ਤਾਂ ਉਹਦੇ ਵਿੱਚ ਗਲਤੀ ਹੋਣ ਦਾ ਚਾਂਸ ਸਾਨੂੰ ਰਹੇਗਾ। ਤੋ ਇਸ ਤੋਂ ਇਹ ਵੀ ਹੈ ਕਿ ਇਹ ਚੀਜ਼ ਵੀ ਸਪਸ਼ਟ ਹੋ ਜਾਂਦੀ ਹੈ ਕਿ ਜਿੱਥੇ ਇੱਕ ਤੁਕੇ, 2 ਤੁਕੇ, 3 ਤੁਕੇ ਆਦਿ ਹਨ, ਇਹ ਉੱਥੇ ਵੀ ਸਪਸ਼ਟ ਕਰਨ ਲਈ ਵਰਤੇ ਹਨ ਜਿੱਥੇ ਇਹ ਖਤਰਾ ਹੁੰਦਾ ਹੈ ਕਿ ਤੁਕਾਂਤ ਮਿਲਣ ਕਰਕੇ ਅਗਲੇ ਵਿਸਰਾਮ ਨੂੰ ਅਸੀਂ ਤੁਕਾਂ ਨਾ ਸਮਝ ਲਈਏ, ਜਿਵੇਂ ਕਿ ਪਹਿਲਾਂ ਆਪਾਂ ਜ਼ਿਕਰ ਕੀਤਾ ਹੈ। ਤੋ ਜਿੱਥੇ
ਤੁਕਾਂ ਤੇ ਵਿਸਰਾਮਾਂ ਦੀ ਗਿਣਤੀ ਬਰਾਬਰ ਹੁੰਦੀ ਹੈ ਤੇ ਸਾਰੇ ਹੀ ਸ਼ਬਦ ਉਸ ਤਰ੍ਹਾਂ ਦੇ ਹੁੰਦੇ ਹਨ, ਉੱਥੇ ਸ਼ਬਦ ਸਿਰਲੇਖ ਵਿੱਚ ਸਾਨੂੰ ਪ੍ਰਾਪਤ ਨਹੀਂ ਹੁੰਦੇ। ਤੇ ਇੱਥੋਂ ਇੱਕ ਚੀਜ਼ ਹੋਰ ਵੀ ਸਿੱਧ ਹੋਈ, ਜਿਵੇਂ ਕਿ ਆਪਾਂ ਪਹਿਲਾਂ ਦੇਖਿਆ ਹੈ ਕਿ ਘਰ ਦਾ ਦਰਜਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਹੈ। ਭਾਵ 1 ਤੁਕੇ, 2 ਤੁਕੇ, 3 ਤੁਕੇ, 4 ਤੁਕੇ, ਇਹਨਾਂ ਸਾਰਿਆਂ ਤੋਂ ਉੱਪਰ ਹੈ। ਤੇ ਇੱਕ ਘਰ ਦੇ ਸਿਰਲੇਖ ਹੇਠ ਇਹ ਸਾਰੀਆਂ ਕਈ ਕਿਸਮਾਂ ਹੋ ਜਾਂਦੀਆਂ ਹਨ। ਤੇ ਜਦੋਂ ਵੀ ਐਸਾ ਹੁੰਦਾ ਹੈ, ਜਦੋਂ ਵੀ ਛੰਦਾਬੰਦੀ ਅਨੁਸਾਰ ਕਿਸਮ ਬਦਲਦੀ ਹੈ, ਤਾਂ ਚੱਲ ਰਹੇ ਜਿਹੜੇ ਘਰ ਦੇ ਅੰਦਰ ਮੁੱਖ ਸਿਰਲੇਖ ਹੋ ਹੀ ਰਹਿੰਦਾ ਹੈ, ਪਰ ਇਹਨਾਂ ਸ਼ਬਦਾਂ ਦੇ ਰਾਹੀਂ ਬਦਲਾਅ ਦੀ ਸਾਨੂੰ ਸਤਿਗੁਰੂ ਜੀ ਸੂਚਨਾ ਦੇ ਦਿੰਦੇ ਹਨ, ਤਾਂ ਕਿ ਅਸੀਂ ਉਸ ਸ਼ਬਦ ਨੂੰ, ਉਹਦੀਆਂ ਪੰਕਤੀਆਂ ਨੂੰ, ਤੁਕਾਂ ਨੂੰ ਉਸੇ ਹਿਸਾਬ ਦੇ ਨਾਲ ਹੀ ਗਾਈਏ ਤੇ ਉਸੇ ਹਿਸਾਬ ਨਾਲ ਹੀ ਉਸਦਾ ਪਾਠ ਕਰੀਏ। ਬਹੁਤ ਸਾਰੀਆਂ ਭੁੱਲਾਂ ਇਹਦੇ 'ਚ ਹੋ ਗਈਆਂ ਹੋਣਗੀਆਂ ਜੀ, ਤੇ ਨਾ ਹੀ ਇਹ ਸਾਡਾ ਕੋਈ ਦਾਵਾ ਹੈ ਕਿ ਇਹ ਪੂਰੇ ਦਾ ਪੂਰਾ ਗਿਆਨ ਆਪ ਜੀ ਦੇ ਸਾਹਮਣੇ ਰੱਖ ਦਿੱਤਾ ਗਿਆ ਹੈ। ਆਪ ਜੀ ਪਾਸ ਜੇ ਇਸ ਤੋਂ ਇਲਾਵਾ ਹੋਰ ਵੀ ਕੋਈ ਇਨਪੁਟਸ ਹੋਣ ਤੇ ਆਪ ਜ਼ਰੂਰ ਸਾਂਝੇ ਕਰਨਾ ਜੀ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਜ਼ਿਆਦਾ ਲੈ ਜਾਣ ਦੀ ਵੀ ਭੁੱਲ ਦੀ ਖਿਮਾ ਕਰ ਦੇਣਾ ਜੀ। ਆਸ ਹੈ ਆਪ ਖਿਮਾ ਕਰੋਗੇ। ਅਸਲ 'ਚ ਬਹੁਤ ਜ਼ਰੂਰੀ, ਕਿਉਂਕਿ ਇਹ ਮੈਂ ਸਮਝਦਾ ਵੀ ਜੋ ਮੈਂ ਪਹਿਲੀ ਵਾਰੀ ਇਹ ਵਿਸਥਾਰ ਜਿਹੜਾ ਵੀਰ ਜੀ ਕੋਲੋਂ ਸਰਵਣ ਕੀਤਾ, ਹੋ ਸਕਦਾ ਸੰਗਤ 'ਚ ਵੀ ਹੋਰ ਕਈ ਮੇਰੇ ਵਰਗੇ ਹੋਣਗੇ ਜਿਨ੍ਹਾਂ ਨੇ ਸ਼ਾਇਦ ਪਹਿਲੀ ਵਾਰੀ ਸੁਣਿਆ ਹੋ। ਤੋ ਪਰ ਹੈ ਬੜਾ ਜ਼ਰੂਰੀ ਹੈ। ਤੁਸੀਂ ਸਮੇਂ ਦੀ ਗੱਲ ਜ਼ਰੂਰ ਕੀਤੀ ਹੈ, ਕੋਈ ਸੰਗਤ ਤੋਂ ਖਿਮਾ ਮੰਗਦੇ ਹਾਂ, ਪਰ ਇਹ ਬੜਾ ਜ਼ਰੂਰੀ ਸੀ, ਕਿਉਂਕਿ ਕਈ ਗੱਲਾਂ ਹੁੰਦੀਆਂ ਆਮ ਤੌਰ ਤੇ ਅਸੀਂ ਅੱਗੇ ਪਿੱਛੇ ਡਿਸਕਸ ਕਰਦੇ ਰਹਿੰਦੇ ਹਾਂ, ਪਰੰਤੂ ਇਹ ਜਿਹੜਾ ਸਾਡੇ ਕੋਲ ਸਵਾਲ ਆਇਆ ਸੀ ਇੱਕ ਤੁਕੀਏ ਤੋਂ, ਫਿਰ ਉਦੋਂ ਅਗਲਾ ਸਵਾਲ ਇਹ ਬਣ ਗਿਆ। ਇਹਨਾਂ ਨਾਲ ਬਹੁਤ ਸਾਰੀ ਕਲੈਰਿਟੀ ਹੋਈ, ਜਿਵੇਂ ਵੀਰ ਜੀ ਨੇ ਸਾਨੂੰ ਦੱਸਿਆ ਕਿ 2 ਤੁਕੀਆ, 2 ਤੁਕੇ, 3 ਤੁਕੇ ਕੀ ਨੇ। ਔਰ ਜਿਵੇਂ ਹੁਣ ਘਰ ਦੀ ਗੱਲ ਕੀਤੀ, ਜਿੱਥੇ ਸੰਗਤ ਨੂੰ ਸਹਿਜ ਪਾਠ ਕਰਨ ਲੱਗਿਆ ਇਹਦੀ ਬੜੀ ਅਗਵਾਈ ਮਿਲਦੀ ਹੈ, ਉੱਥੇ ਮੈਂ ਸਮਝਦਾ ਜਿਹੜੇ ਕਥਾ ਕਰਨ ਵਾਲੇ ਜਾਂ ਕੀਰਤਨ ਕਰਨ ਵਾਲੇ ਰਾਗੀ ਸਿੰਘ ਨੇ, ਕੀਰਤਨੀ ਸਿੰਘ ਨੇ, ਉਹਨਾਂ ਨੂੰ ਵੀ ਇੱਕ ਬੜੀ ਵਧੀਆ ਡਾਇਰੈਕਸ਼ਨ ਹੈਗੀ ਹੈ ਕਿ ਇਹ ਇੱਕ ਚਰਨ ਪੂਰਾ ਕਿੱਥੇ ਹੁੰਦਾ, ਤਾਂ ਜੇ ਉਹਦੇ ਮੁਤਾਬਕ ਉਹਦੇ ਜਿਹੜੀ ਐਕਸਪਲੇਨੇਸ਼ਨ ਜਿਹੜੀ ਉਹ ਦਿੱਤੀ ਜਾਏ। ਤੋ ਨਾਲ ਹੀ ਸਾਨੂੰ ਸਾਧ ਸੰਗਤ ਜੀ ਇੱਕ ਕਿੰਨੀ ਮਤਲਬ ਵੀ ਗਿਆਨ ਹੁੰਦਾ ਕਿ ਕਮਾਲ ਦੀ ਸੰਪਾਦਨਾ ਕੀਤੀ ਹੈ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਨੇ, ਤੇ ਇੰਨੀਆਂ ਬਰੀਕੀਆਂ ਨਾਲ ਉਹਨਾਂ ਨੇ ਇਹ ਸਿਰਲੇਖ ਦਿੱਤੇ ਨੇ। ਮੈਨੂੰ ਨਹੀਂ ਲੱਗਦਾ ਵੀ ਸੰਸਾਰ ਵਿੱਚ ਕੋਈ ਹੋਰ ਇਹਦਾ ਪੈਰਲਲ ਹੋਏਗਾ ਜਾਂ ਇਹੋ ਜਿਹੀ ਕਿਸੇ ਨੇ ਨਕਲ ਵੀ ਕੀਤੀ ਹੋਏਗੀ, ਭਾਵੇਂ ਅੱਜ ਆਲਮੋਸਟ 5 ਸਦੀਆਂ ਹੋ ਚੱਲੀਆਂ। ਤੋ ਐਡਾ ਤਗੜਾ ਖਜ਼ਾਨਾ ਸਾਡੇ ਪਾਸ ਹੈ, ਤੇ ਆਓ ਸਤਸੰਗੀਓ ਇਸ ਖਜ਼ਾਨੇ ਨੂੰ ਆਪਾਂ ਜਿੰਨਾ ਡੂੰਘਾ ਪੁੱਟਾਂਗੇ, ਜਿੰਨਾ ਡੂੰਘਾ ਜਾਵਾਂਗੇ, ਜਿੰਨੀ ਡੂੰਘੀ ਚੁੱਭੀ ਮਾਰਾਂਗੇ, ਉਹਨਾਂ ਆਨੰਦ ਆਏਗਾ। ਸਤਿਗੁਰੂ ਕਿਰਪਾ ਕਰਨ ਅਸੀਂ ਬਾਣੀ ਨਾਲ ਜੁੜੇ ਰਹੀਏ। ਵੀਰ ਪ੍ਰਭ ਕੀਰਤਨ ਸਿੰਘ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਕਾਫੀ ਮਿਹਨਤ ਕਰਕੇ ਸਮਾਂ ਲਾ ਕੇ ਇਹ ਸਾਰੀ ਜਿਹੜੀ ਸੂਚਨਾ ਹੈ ਉਹ ਕੱਢ ਕੇ ਲਿਆਂਦੀ। ਧੰਨਵਾਦ।